ਓਮ ਸ਼ਾਂਤੀ। ਅੱਜ ਬਾਬਾ ਦੇ 20/1/2021 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਸਾਰੇ ਕਲਪ ਦਾ ਇਹ ਹੈ ਸਰਵੋਤਮ ਕਲਿਆਣਕਾਰੀ ਸੰਗਮ ਯੁੱਗ। ਇਸ ਵਿੱਚ ਤੁਸੀਂ ਬੱਚੇ ਯਾਦ ਦੀ ਸੈਕਰਿਨ ਨਾਲ, ਸੈਕਰਿਨ ਹੁੰਦੀ ਹੈ ਜੋ ਅਕਸਰ ਕਰਕੇ ਸ਼ੂਗਰ ਵਾਲੇ ਲੈਂਦੇ ਹਨ, ਮਿੱਠੀ ਗੋਲੀ, ਤਾਂ ਯਾਦ ਦੀ ਸੈਕਰਿਨ ਨਾਲ ਸਤੋ ਪ੍ਰਧਾਨ ਬਣਦੇ ਹੋ। ਪ੍ਰਸ਼ਨ ਹੈ, ਅਨੇਕ ਪ੍ਰਕਾਰ ਦੇ ਪ੍ਰਸ਼ਨਾਂ ਦੀ ਉਤਪਤੀ ਦਾ ਕਾਰਨ ਅਤੇ ਉਹਨਾਂ ਸਾਰਿਆਂ ਦਾ ਨਿਵਾਰਣ ਕੀ ਹੈ। ਪ੍ਰਸ਼ਨ ਕਿਉਂ ਉੱਠਦੇ ਹਨ? ਪ੍ਰਸ਼ਨਾਂ ਦੀ ਉਤਪਤੀ ਦਾ ਕਾਰਨ ਅਤੇ ਉਸ ਦਾ ਨਿਵਾਰਣ ਕੀ ਹੈ। ਉੱਤਰ ਵਿੱਚ ਬਾਬਾ ਨੇ ਦੱਸਿਆ, ਜਦੋਂ ਦੇਹ ਅਭਿਮਾਨ ਵਿੱਚ ਆਉਂਦੇ ਹੋ ਤਾਂ ਸ਼ੰਕਾ ਪੈਦਾ ਹੁੰਦੀ ਹੈ ਅਤੇ ਸੰਸ਼ਯ ਉੱਠਣ ਨਾਲ ਹੀ ਅਨੇਕ ਪ੍ਰਸ਼ਨਾਂ ਦੀ ਉਤਪਤੀ ਹੋ ਜਾਂਦੀ ਹੈ। ਬਾਬਾ ਕਹਿੰਦੇ, ਮੈਂ ਤੁਹਾਨੂੰ ਬੱਚਿਆਂ ਨੂੰ ਜੋ ਧੰਦਾ ਦਿੱਤਾ ਹੈ, ਪਤਿਤ ਤੋਂ ਪਾਵਨ ਬਣੋ ਅਤੇ ਬਣਾਓ। ਇਸ ਧੰਦੇ ਵਿੱਚ ਰਹਿਣ ਨਾਲ ਸਾਰੇ ਪ੍ਰਸ਼ਨ ਸਮਾਪਤ ਹੋ ਜਾਣਗੇ। गीत है, तुम्हें पाके हमने जहान पा लिया है। ओम शांति। मिठे मिठे रूहानी बच्चियां ने गीत सुनिया। एक किसने कहा, मिठे मिठे रूहानी बच्चे? जरूर रूहानी बाप ही कह सकते हैं। मिठे मिठे रूहानी बच्चे हुण सामने बैठे हैं ਅਤੇ ਬਾਪ ਬਹੁਤ ਪਿਆਰ ਨਾਲ ਸਮਝਾ ਰਹੇ ਹਨ। ਤੁਸੀਂ ਜਾਣਦੇ ਹੋ, ਸਿਵਾਏ ਰੂਹਾਨੀ ਬਾਪ ਦੇ ਸਾਰਿਆਂ ਨੂੰ ਸੁੱਖ ਸ਼ਾਂਤੀ ਦੇਣਾ ਅਤੇ ਸਾਰਿਆਂ ਨੂੰ ਇਸ ਦੁੱਖ ਤੋਂ ਛੁਡਾਉਣਾ ਦੁਨੀਆ ਭਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਹੋ ਸਕਦਾ। ਇਸ ਲਈ ਦੁੱਖ ਵਿੱਚ ਬਾਪ ਨੂੰ ਸਾਰੇ ਯਾਦ ਕਰਦੇ ਰਹਿੰਦੇ। ਬਾਪ ਤੋਂ ਸਿਵਾਏ ਕੋਈ ਵੀ ਦੁੱਖਾਂ ਤੋਂ ਛੁਡਾ ਨਹੀਂ ਸਕਦਾ। ਤੁਸੀਂ ਬੱਚੇ ਸਾਹਮਣੇ ਬੈਠੇ ਹੋ, ਜਾਣਦੇ ਹੋ ਬਾਬਾ ਸਾਨੂੰ ਸੁਖ ਧਾਮ ਦੇ ਲਾਇਕ ਬਣਾ ਰਹੇ ਹਨ। ਸਦਾ ਸੁਖ ਧਾਮ ਦਾ ਮਾਲਿਕ ਬਣਾਉਣ ਵਾਲੇ ਬਾਪ ਦੇ ਅਸੀਂ ਸਾਹਮਣੇ ਬੈਠੇ ਹਾਂ। ਹੁਣ ਸਮਝਦੇ ਹੋ ਕਿ ਸਾਹਮਣੇ ਸੁਣਨ ਅਤੇ ਦੂਰ ਰਹਿ ਕੇ ਸੁਣਨ ਵਿੱਚ ਬਹੁਤ ਫਰਕ ਹੁੰਦਾ ਹੈ। ਮਨੁੱਖ ਮਧੂਬਨ ਵਿੱਚ ਸਾਹਮਣੇ ਆਉਂਦੇ ਹੋ। ਮਧੂਬਨ ਮਸ਼ਹੂਰ ਹੈ ਨਾ। ਮਧੂਬਨ ਵਿੱਚ ਉਹਨਾਂ ਨੇ ਕ੍ਰਿਸ਼ਨ ਦਾ ਚਿੱਤਰ ਦਿਖਾਇਆ ਹੈ, ਪਰੰਤੂ ਕ੍ਰਿਸ਼ਨ ਹੈ ਨਹੀਂ। ਤੁਸੀਂ ਬੱਚੇ ਜਾਣਦੇ ਹੋ, ਇਸ ਵਿੱਚ ਮਿਹਨਤ ਲੱਗਦੀ ਹੈ। ਆਪਣੇ ਆਪ ਨੂੰ ਬਾਰ-ਬਾਰ ਆਤਮਾ ਨਿਸ਼ਚੈ ਕਰਨਾ ਹੈ। ਮੈਂ ਆਤਮਾ ਬਾਪ ਤੋਂ ਵਰਸਾ ਲੈ ਰਹੀ ਹਾਂ। ਬਾਪ ਇੱਕ ਹੀ ਸਮੇਂ ਆਉਂਦੇ ਹਨ ਇਸ ਚੱਕਰ ਵਿੱਚ। ਇਹ ਕਲਪ ਦਾ ਸੁਹਾਵਨਾ ਸੁੰਦਰ ਸੰਗਮ ਯੁੱਗ ਹੈ। ਇਸ ਦਾ ਨਾਮ ਰੱਖਿਆ ਹੈ ਪੁਰਸ਼ੋਤਮ। ਇਹ ਸੰਗਮ ਯੁੱਗ ਹੈ। ਇਸ ਵਿੱਚ ਸਾਰੇ ਮਨੁੱਖ ਮਾਤਰ ਉੱਤਮ ਬਣਦੇ ਹਨ। ਉੱਤਮ ਮਾਨਾ ਉੱਚਾ ਬਣਦੇ ਹਨ। ਹੁਣ ਤਾਂ ਸਾਰੇ ਮਨੁੱਖ ਮਾਤਰ ਦੀਆਂ ਆਤਮਾਵਾਂ ਤਮੋ ਪ੍ਰਧਾਨ ਹਨ, ਸੋ ਫਿਰ ਸਤੋ ਪ੍ਰਧਾਨ ਬਣਦੀਆਂ ਹਨ। ਸਤੋ ਪ੍ਰਧਾਨ ਹਨ ਤਾਂ ਉੱਤਮ ਹਨ। ਤਮੋ ਪ੍ਰਧਾਨ ਹੋਣ ਨਾਲ ਮਨੁੱਖ ਵੀ ਨੀਚ ਬਣ ਜਾਂਦੇ ਹਨ। ਤਾਂ ਹੁਣ ਬਾਪ ਆਤਮਾ ਨੂੰ ਸਾਹਮਣੇ ਬੈਠ ਕਰਕੇ ਸਮਝਾਉਂਦੇ ਹਨ। ਸਾਰਾ ਪਾਠ ਤਾਂ ਆਤਮਾ ਹੀ ਬਜਾਉਂਦੀ ਹੈ, ਨਾ ਕਿ ਸਰੀਰ। ਤੁਹਾਡੀ ਬੁੱਧੀ ਵਿੱਚ ਆ ਗਿਆ ਹੈ ਤਾਂ ਹੁਣ ਬਾਪ ਆਤਮਾਵਾਂ ਨੂੰ ਸਨਮੁਖ ਬੈਠ ਕੇ ਸਮਝਾਉਂਦੇ ਹਨ। ਸਾਰਾ ਪਾਠ ਬਾਬਾ ਕਹਿ ਰਹੇ, ਤੁਸੀਂ ਐਕਟਰਸ ਪਾਠਧਾਰੀ ਹੋ। ਪਹਿਲਾਂ ਅਸੀਂ ਪਾਠ ਵਜਾਉਂਦੇ ਹਾਂ, ਫਿਰ ਨੰਬਰਵਾਰ ਆਉਂਦੇ ਜਾਂਦੇ ਹਾਂ। ਸਾਰੇ ਐਕਟਰਸ ਇਕੱਠੇ ਤਾਂ ਨਹੀਂ ਆ ਸਕਦੇ ਨਾ। ਵੱਖ-ਵੱਖ ਪ੍ਰਕਾਰ ਦੇ ਐਕਟਰਸ ਆਉਂਦੇ ਰਹਿੰਦੇ ਹਨ। ਸਾਰੇ ਇਕੱਠੇ ਉਦੋਂ ਹੋਣਗੇ ਜਦੋਂ ਨਾਟਕ ਪੂਰਾ ਹੁੰਦਾ ਹੈ। ਹੁਣ ਤੁਹਾਨੂੰ ਪਹਿਚਾਣ ਮਿਲੀ ਹੈ। ਅਸੀਂ ਆਤਮਾ ਅਸਲ ਸ਼ਾਂਤੀ ਧਾਮ ਦੇ ਰਹਿਵਾਸੀ ਹਾਂ। ਇੱਥੇ ਆਉਂਦੇ ਹਾਂ ਪਾਠ ਵਜਾਉਣ ਦੇ ਲਈ। ਬਾਪ ਸਾਰਾ ਸਮਾਂ ਪਾਠ ਵਜਾਉਣ ਲਈ ਨਹੀਂ ਆਉਂਦੇ। ਅਸੀਂ ਹੀ ਪਾਠ ਵਜਾਉਂਦੇ ਤਮੋ ਪ੍ਰਧਾਨ ਬਣ ਜਾਂਦੇ ਹਾਂ। ਸਤੋ ਪ੍ਰਧਾਨ ਸੀ,
ਫਿਰ ਪਾਠ ਵਜਾਉਂਦੇ ਤਮੋ ਪ੍ਰਧਾਨ ਬਣ ਗਏ। ਹੁਣ ਤੁਸੀਂ ਬੱਚਿਆਂ ਨੂੰ ਸਨਮੁਖ ਸੁਣਨ ਨਾਲ ਬੜਾ ਮਜ਼ਾ ਆਉਂਦਾ ਹੈ। ਇੰਨਾ ਮਜ਼ਾ ਮੁਰਲੀ ਪੜਨ ਨਾਲ ਨਹੀਂ ਆਉਂਦਾ ਜਿੰਨਾ ਬਾਬਾ ਦੇ ਸਾਹਮਣੇ ਬੈਠ ਕਰਕੇ ਆਉਂਦਾ ਹੈ। ਤੁਸੀਂ ਬੱਚੇ ਸਮਝਦੇ ਹੋ ਕਿ ਭਾਰਤ ਗॉडिस ਦਾ ਸਥਾਨ ਸੀ, ਹੁਣ ਨਹੀਂ ਹੈ। ਚਿੱਤਰ ਦੇਖਦੇ ਹੋ, ਬਾਬਾ ਕਹਿੰਦੇ ਹੈ ਤਾਂ ਜ਼ਰੂਰ ਸੀ ਨਾ। ਉੱਥੇ ਦੇ ਰਹਿਵਾਸੀ ਸੀ, ਪਹਿਲਾਂ ਦੇਵਤਾ ਸੀ। ਆਪਣੇ ਪਾਠ ਨੂੰ ਯਾਦ ਕਰੋਗੇ ਤਾਂ ਭੁੱਲ ਜਾਓਗੇ। ਬਾਬਾ ਕਹਿੰਦੇ ਹਨ, ਤੁਸੀਂ ਇੱਥੇ ਇਹ ਪਾਠ ਵਜਾਇਆ, ਇਹ ਵੀ ਡਰਾਮਾ ਹੈ। ਨਵੀਂ ਦੁਨੀਆ ਸੋ ਜ਼ਰੂਰ ਫਿਰ ਪੁਰਾਣੀ ਹੁੰਦੀ ਹੈ। ਪਹਿਲਾਂ ਉੱਪਰ ਤੋਂ ਜੋ ਵੀ ਆਤਮਾਵਾਂ ਆਉਂਦੀਆਂ ਹਨ, ਉਹ ਗੋਲਡਨ ਏਜ ਵਿੱਚ ਆਉਂਦੀਆਂ ਹਨ। ਇਹ ਸਾਰੀਆਂ ਗੱਲਾਂ ਹੁਣ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਵਿਸ਼ਵ ਦੇ ਮਾਲਿਕ ਮਹਾਰਾਜਾ ਮਹਾਰਾਣੀ ਸੀ, ਤੁਹਾਡੀ ਰਾਜਧਾਨੀ ਸੀ। ਹੁਣ ਤਾਂ ਰਾਜਧਾਨੀ ਨਹੀਂ ਹੈ ਨਾ, ਹੁਣ ਤੁਸੀਂ ਸਿੱਖ ਰਹੇ ਹੋ। ਅਸੀਂ ਰਾਜਧਾਨੀ ਕਿਵੇਂ ਚਲਾਵਾਂਗੇ? ਉੱਥੇ ਵਜ਼ੀਰ ਹੁੰਦੇ ਨਹੀਂ, ਰਾਏ ਦੇਣ ਦੀ ਜ਼ਰੂਰਤ ਹੀ ਨਹੀਂ। ਸਤਯੁਗ ਦੇ ਵਿੱਚ ਤਾਂ ਕੋਈ ਕਿਸੇ ਦੀ ਰਾਏ ਦੀ ਜ਼ਰੂਰਤ ਹੀ ਨਹੀਂ। ਉੱਥੇ ਤਾਂ ਸ਼੍ਰੀਮਤ ਦੁਆਰਾ ਸ੍ਰੇਸ਼ਟ ਤੇ ਸ੍ਰੇਸ਼ਟ ਬਣ ਜਾਂਦੇ ਹੋ। ਫਿਰ ਇਸ ਨੂੰ ਦੂਜੇ ਕਿਸੇ ਦੀ ਰਾਏ ਲੈਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ। ਜੇਕਰ ਕੋਈ ਦੀ ਰਾਏ ਲਵੋ ਤਾਂ ਸਮਝਿਆ ਜਾਵੇਗਾ ਕਿ ਉਸ ਦੀ ਬੁੱਧੀ ਕਮਜ਼ੋਰ ਹੈ। ਹੁਣ ਤੁਸੀਂ ਸ਼੍ਰੀਮਤ ਤੇ ਚੱਲਦੇ ਹੋ। ਸ਼੍ਰੀਮਤ ਮਿਲਦੀ ਹੈ, ਉਹ ਸਤਯੁਗ ਵਿੱਚ ਵੀ ਕਾਇਮ ਰਹਿੰਦੀ ਹੈ। ਬੱਚਿਆਂ ਨੂੰ ਦੇਹੀ ਅਭਿਮਾਨੀ ਬਣਨਾ ਹੈ। ਸ਼ਾਂਤੀ ਧਾਮ ਤੋਂ ਆ ਕੇ ਇੱਥੇ ਤੁਸੀਂ ਵਾਚਾ ਵਿੱਚ ਆਏ ਹੋ, ਟੌਕੀ ਵਿੱਚ ਆਏ ਹੋ। ਟੌਕੀ ਹੋਣ ਬਿਗਰ ਕਰਮ ਤਾਂ ਹੋ ਨਹੀਂ ਸਕਦਾ। ਮਨਾ ਜਦੋਂ ਤੱਕ ਵਾਚਾ 'ਚ ਨਹੀਂ ਆਉਂਦੇ, ਬੋਲਚਾਲ ਨਹੀਂ ਹੁੰਦੀ, ਬਾਬਾ ਕਹਿੰਦੇ ਉਦੋਂ ਤੱਕ ਸਥੂਲ ਦੁਨੀਆ ਦੇ ਵਿੱਚ ਤਾਂ ਕੋਈ ਕਾਰੋਬਾਰ ਨਹੀਂ ਹੋ ਸਕਦਾ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਜਿਵੇਂ ਬਾਬਾ ਵਿੱਚ ਸਾਰਾ ਗਿਆਨ ਹੈ, ਇਸੇ ਤਰ੍ਹਾਂ ਤੁਹਾਡੀ ਆਤਮਾ ਵਿੱਚ ਵੀ ਗਿਆਨ ਹੈ। ਆਤਮਾ ਕਹਿੰਦੀ ਹੈ ਅਸੀਂ ਇੱਕ ਸਰੀਰ ਛੱਡ ਸੰਸਕਾਰ ਅਨੁਸਾਰ ਫਿਰ ਦੂਸਰਾ ਸਰੀਰ ਲੈਂਦੀ ਹਾਂ। ਪੁਨਰ ਜਨਮ ਵੀ ਜ਼ਰੂਰ ਹੁੰਦਾ ਹੈ। ਆਤਮਾ ਨੂੰ ਜੋ ਵੀ ਪਾਠ ਮਿਲਿਆ ਹੈ ਉਹ ਵਜਾਉਂਦੀ ਰਹਿੰਦੀ ਹੈ। ਸੰਸਕਾਰਾਂ ਅਨੁਸਾਰ ਦੂਸਰਾ ਜਨਮ ਜਾ ਕੇ ਲੈਂਦੇ ਰਹਿੰਦੇ ਹਨ। ਆਤਮਾ ਦੀ ਦਿਨ ਪ੍ਰਤੀ ਦਿਨ ਪਵਿੱਤਰਤਾ ਦੀ ਡਿਗਰੀ ਘੱਟ ਹੋ ਜਾਂਦੀ ਹੈ। ਜਿਵੇਂ ਜਨਮ ਲੈਂਦੀ ਹੈ, ਉਸੇ ਤਰ੍ਹਾਂ ਪਵਿੱਤਰਤਾ ਦੀ ਡਿਗਰੀ ਘੱਟ ਹੋ ਜਾਂਦੀ ਹੈ। ਪਤਿਤ ਅੱਖਰ ਦੁਆਪਰ ਤੋਂ ਕੰਮ ਵਿੱਚ ਲਿਆਉਂਦੇ ਹਨ। ਸਤਯੁਗ ਤ੍ਰੇਤਾ ਦੇ ਵਿੱਚ ਤਾਂ ਕੋਈ ਪਤਿਤ ਅੱਖਰ ਵੀ ਨਹੀਂ ਹੁੰਦੇ, ਸ਼ਬਦ ਹੀ ਇਸ ਤਰ੍ਹਾਂ ਦੇ ਨਹੀਂ ਹੁੰਦੇ। ਫਿਰ ਵੀ ਥੋੜਾ ਜਿਹਾ ਫਰਕ ਤਾਂ ਪੈਂਦਾ ਹੈ ਨਾ। ਦੁਆਪਰ ਯੁਗ ਵਿੱਚ ਤੁਸੀਂ ਨਵਾਂ ਮਕਾਨ ਬਣਾਓ, 1 ਮਹੀਨੇ ਤੋਂ ਬਾਅਦ ਜ਼ਰੂਰ ਕੁਝ ਫਰਕ ਪਵੇਗਾ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਬਾ ਸਾਨੂੰ ਵਰਸਾ ਦੇ ਰਹੇ ਹਨ। ਬਾਬਾ ਕਹਿੰਦੇ ਹਨ ਅਸੀਂ ਆਏ ਹਾਂ ਤੁਹਾਨੂੰ ਬੱਚਿਆਂ ਨੂੰ ਵਰਸਾ ਦੇਣ ਦੇ ਲਈ। ਬਾਪ ਕਹਿੰਦੇ ਮੈਂ ਆਇਆ ਤੁਹਾਨੂੰ ਬੱਚਿਆਂ ਨੂੰ ਵਰਸਾ ਦੇਣ ਦੇ ਲਈ। ਜਿੰਨਾ ਜੋ ਪੁਰਸ਼ਾਰਥ ਕਰੇਗਾ ਉਹਨਾਂ ਉੱਚਾ ਪਦ ਪਾਏਗਾ। ਆਤਮਾ ਅਵਿਨਾਸ਼ੀ ਹੈ। ਇਸ ਵਿੱਚ ਅਵਿਨਾਸ਼ੀ ਪਾਠ ਨੂੰਦਿਆ ਹੋਇਆ ਹੈ। ਸਰੀਰ ਤਾਂ ਬਦਲਦਾ ਰਹਿੰਦਾ ਹੈ, ਬਾਕੀ ਆਤਮਾ ਸਿਰਫ ਪਵਿੱਤਰ ਤੋਂ ਅਪਵਿੱਤਰ ਬਣਦੀ ਹੈ, ਪਤਿਤ ਬਣਦੀ ਹੈ। ਸਤਯੁਗ ਵਿੱਚ ਪਾਵਨ ਹੈ। ਇਸ ਨੂੰ ਕਿਹਾ ਜਾਂਦਾ ਪਤਿਤ ਦੁਨੀਆ। ਜਦੋਂ ਦੇਵਤਾਵਾਂ ਦਾ ਰਾਜ ਸੀ ਤਾਂ ਵਾਇਸਲੈਸ ਵਰਲਡ ਸੀ, ਮਾਨਾ ਨਿਰਵਿਕਾਰੀ ਦੁਨੀਆ ਸੀ। ਹੁਣ ਤਾਂ ਹੈ ਨਹੀਂ ਨਾ, ਤਾਂ ਇਹ ਸਾਰਾ ਖੇਲ ਹੈ। ਨਵੀਂ ਦੁਨੀਆ ਵਿੱਚ ਤੁਸੀਂ ਦੇਵੀ ਦੇਵਤਾ ਸੀ। ਉੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਸੀ। ਇੱਥੇ ਤਾਂ ਅਥਾਹ ਦੁੱਖ ਹਨ। ਬਾਬਾ ਆ ਕੇ ਦੁੱਖ ਦੀ ਦੁਨੀਆ ਤੋਂ ਛੁਡਾਉਂਦੇ ਹਨ। ਇਹ ਪੁਰਾਣੀ ਦੁਨੀਆ ਬਦਲਣੀ ਜ਼ਰੂਰ ਹੈ। ਤੁਸੀਂ ਸਮਝਦੇ ਹੋ ਬਰੋਬਰ ਅਸੀਂ ਸਤਯੁਗ ਦੇ ਮਾਲਿਕ ਸੀ, ਫਿਰ 84 ਜਨਮਾਂ ਤੋਂ ਬਾਅਦ ਇਸ ਤਰ੍ਹਾਂ ਬਣੇ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣ ਜਾਵੋਗੇ। ਤਾਂ ਕਿਉਂ ਨਹੀਂ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੀਏ ਅਤੇ ਬਾਪ ਨੂੰ ਯਾਦ ਕਰੀਏ। ਕੁਝ ਤਾਂ ਮਿਹਨਤ ਕਰਨੀ ਹੁੰਦੀ ਹੈ ਨਾ। ਰਾਜਾਈ ਪਦ ਪਾਉਣਾ ਕੋਈ ਸਹਿਜ ਥੋੜਾ ਹੀ ਹੈ।
ਬਾਪ ਨੂੰ ਯਾਦ ਕਰਨਾ ਹੈ। ਇਹ ਮਾਇਆ ਦਾ ਵੰਡਰ ਹੈ ਜੋ ਬਾਰ-ਬਾਰ ਤੁਹਾਨੂੰ ਭੁਲਾ ਦਿੰਦੀ ਹੈ। ਉਸ ਦੇ ਲਈ ਕੋਈ ਉਪਾਅ ਰਚਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਮੇਰਾ ਬਣਨ ਨਾਲ ਕੋਈ ਯਾਦ ਜੰਮ ਜਾਏਗੀ, ਬਾਕੀ ਪੁਰਸ਼ਾਰਥ ਕੀ ਕਰੀਏ? ਨਹੀਂ, ਜਦੋਂ ਤੱਕ ਜਿਉਣਾ ਹੈ ਪੁਰਸ਼ਾਰਥ ਕਰਨਾ ਹੈ, ਗਿਆਨ ਅੰਮ੍ਰਿਤ ਪੀਂਦੇ ਰਹਿਣਾ ਹੈ। ਇਹ ਵੀ ਸਮਝਦੇ ਹੋ ਕਿ ਸਾਡਾ ਇਹ ਅੰਤਿਮ ਜਨਮ ਹੈ। ਇਸ ਸਰੀਰ ਦਾ ਭਾਨ ਛੱਡ ਕੇ ਦੇਹੀ ਅਭਿਮਾਨੀ ਬਣਨਾ ਹੈ। ਕ੍ਰਸਤਵ ਵਿਹਾਰ ਦੇ ਵਿੱਚ ਵੀ ਰਹਿਣਾ ਹੈ ਔਰ ਪੁਰਸ਼ਾਰਥ ਵੀ ਕਰਨਾ ਹੈ। ਸਿਰਫ ਆਪਣੇ ਨੂੰ ਆਤਮਾ ਨਿਸ਼ਚੈ ਕਰਕੇ ਬਾਪ ਨੂੰ ਯਾਦ ਕਰੋ। ਬਾਬਾ ਹੀ ਮਿੱਠੀ ਸੈਕਰਿਨ ਹੈ ਨਾ। ਹੋਰ ਸਾਰੀਆਂ ਗੱਲਾਂ ਛੱਡ ਕੇ ਇੱਕ ਬਾਪ ਨੂੰ ਯਾਦ ਕਰੋ। ਹੁਣ ਤੁਹਾਡੀ ਆਤਮਾ ਤਮੋ ਪ੍ਰਧਾਨ ਬਣੀ ਹੈ। ਉਸ ਨੂੰ ਸਤੋ ਪ੍ਰਧਾਨ ਬਣਾਉਣ ਦੇ ਲਈ ਯਾਦ ਦੀ ਯਾਤਰਾ ਵਿੱਚ ਰਹੋ। ਸਾਰਿਆਂ ਨੂੰ ਦੱਸੋ ਕਿ ਬਾਪ ਤੋਂ ਸੁੱਖ ਦਾ ਵਰਸਾ ਲਓ। ਸੁੱਖ ਹੁੰਦਾ ਹੈ ਸਤਯੁਗ ਵਿੱਚ। ਕੋਸ਼ਿਸ਼ ਕਰ ਬਾਪ ਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ, ਜਦੋਂ ਤੱਕ ਜਿਉਣਾ ਹੈ ਗਿਆਨ ਅੰਮ੍ਰਿਤ ਪੀਂਦੇ ਰਹਿਣਾ ਹੈ। ਆਪਣੀ ਝੋਲੀ ਗਿਆਨ ਰਤਨਾਂ ਨਾਲ ਭਰਨੀ ਹੈ। ਸ਼ੰਕਾ ਵਿੱਚ ਆ ਕੇ, ਸੰਸ਼य ਵਿੱਚ ਆ ਕੇ ਕੋਈ ਪ੍ਰਸ਼ਨ ਨਹੀਂ ਉਠਾਉਣੇ ਹਨ। ਦੂਸਰਾ, ਯੋਗ ਅਗਨੀ ਨਾਲ ਆਤਮਾ ਰੂਪੀ ਸੀਤਾ ਨੂੰ ਪਾਵਨ ਬਣਾਉਣਾ ਹੈ। ਕਿਸੇ ਗੱਲ ਦੇ ਵਿਸਤਾਰ ਵਿੱਚ ਜ਼ਿਆਦਾ ਨਾ ਜਾ ਕੇ ਦੇਹੀ ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਸ਼ਾਂਤੀ ਧਾਮ ਅਤੇ ਸੁਖ ਧਾਮ ਨੂੰ ਯਾਦ ਕਰਨਾ ਹੈ। ਵਰਦਾਨ, ਦੇਹੀ ਅਭਿਮਾਨੀ ਸਥਿਤੀ ਵਿੱਚ ਸਥਿਤ ਹੋ ਕੇ ਸਦਾ ਵਿਸ਼ੇਸ਼ ਪਾਠ ਬਜਾਉਣ ਵਾਲੇ ਸੰਤੁਸ਼ਟ ਮਣੀ ਭਵੋ। ਵਿਸਤਾਰ ਹੈ, ਜੋ ਬੱਚੇ ਵਿਸ਼ੇਸ਼ ਪਾਠਧਾਰੀ ਹਨ ਉਹਨਾਂ ਦੀ ਹਰ ਐਕਟ ਵਿਸ਼ੇਸ਼ ਹੁੰਦੀ ਹੈ। ਕੋਈ ਵੀ ਕਰਮ ਸਧਾਰਨ ਨਹੀਂ ਹੁੰਦਾ। ਸਧਾਰਨ ਆਤਮਾ ਕੋਈ ਵੀ ਕਰਮ ਦੇਹ ਅਭਿਮਾਨੀ ਹੋकर करेगी और विशेष आत्मा देही अभिमानी होकर करेगी। साधारण आत्मा देही अभिमानी होकर करेगी कोई भी कर्म, और विशेष आत्मा देही अभिमानी बन के करेगी। जो देही अभिमानी स्थिति विच स्थित रह के कर्म करते हैं ਉਹ खुद भी सदा संतुष्ट रहते हैं ਅਤੇ ਦੂਸਰਿਆਂ ਨੂੰ ਵੀ ਸੰਤੁਸ਼ਟ ਕਰਦੇ ਹਨ। ਇਸ ਲਈ ਉਹਨਾਂ ਨੂੰ ਸੰਤੁਸ਼ਟ ਮਣੀ ਦਾ ਵਰਦਾਨ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਸਲੋਗਨ ਹੈ, ਪ੍ਰਯੋਗੀ ਆਤਮਾ ਬਣ, ਯੋਗ ਦੇ ਪ੍ਰਯੋਗ ਨਾਲ ਸਰਵ ਖਜ਼ਾਨਿਆਂ ਨੂੰ ਵਧਾਉਂਦੇ ਚੱਲੋ। ਅੱਛਾ, ਓਮ ਸ਼ਾਂਤੀ।